Hello dear students, good morning. How are you? Before starting off AV assignment, we are talking a pledge. You may speak with me in loud voice. Pledge. I, Satwinder Kaur, committed to be vigilant and bear in mind at all times the risk to myself and my colleagues from COVID-19. I promise to take all necessary precautions that prevent the spread of this deadly virus. I promise to follow and encourage others to follow the key COVID appropriate behaviors, to always wear a mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together we will win this fight against COVID-19. पंजाबी पाठ पुस्तक सुनहरी बोली 7th grade चैप्टर नंबर 21 वफादार लेख जो कि मनजीत सिंह अबावली ने लिखिया है। चलो आप इसनूं पढ़ते हैं, जानते हैं इसकी स्टोरी की है। ਜ਼ਿਮੀਦਾਰ ਸੂਰਤ ਸਿੰਘ ਦਾ ਘਰ ਪਿੰਡ ਦੀ ਉੱਚੀ ਖੂਹ ਵਾਲੀ ਗਲੀ ਵਿੱਚ ਹੁੰਦਾ ਸੀ। ਇਹ ਗਲੀ ਪਹਾੜੀ ਇਲਾਕੇ ਵਾਂਗ ਉਚਾਈ ਤੇ ਸੀ। ਡੰਗਰਾਂ ਦਾ ਬਾੜਾ ਪਿੰਡ ਤੋਂ ਬਾਹਰ ਜਾ ਕੇ ਸੀ। ਘਰ ਦੇ ਬਾੜੇ ਦਾ ਕਾਫੀ ਫਾਸਲਾ ਸੀ। ਬਾੜੇ ਵਿੱਚ ਬੰਨੇ ਹੋਏ ਪਸ਼ੂਆਂ ਦੀ ਦੇਖਭਾਲ ਕਰਨ ਲਈ ਕਈ ਚੱਕਰ ਲਾਉਣੇ ਪੈਂਦੇ ਸਨ। ਸੂਰਤ ਸਿੰਘ ਦੀ ਪਤਨੀ ਨੂੰ ਘਰ ਦਾ ਤੇ ਬਾਹਰ ਦਾ ਸਾਰਾ ਕੰਮ ਵੇਖਣਾ ਪੈਂਦਾ ਸੀ। ਉਸ ਦੇ 2 ਪੁੱਤਰ ਤੇ 1 ਧੀ ਸੀ। ਤਿੰਨੋਂ ਬੱਚੇ ਸਕੂਲ ਵਿੱਚ ਪੜ੍ਹਦੇ ਸਨ, ਜਿਸ ਕਰਕੇ ਜ਼ਿਆਦਾ ਕੰਮ ਰੱਜੋ ਨੂੰ ਖੁਦ ਕਰਨਾ ਪੈਂਦਾ ਸੀ। ਭਾਵੇਂ ਇੱਕ ਕਾਮਾ ਵੀ ਰੱਖਿਆ ਹੋਇਆ ਸੀ, ਪਰ ਫਿਰ ਵੀ ਪਸ਼ੂਆਂ ਦੀ ਦੇਖ-ਰੇਖ ਜ਼ਿਆਦਾ ਕਹਿੰਦੇ ਰੱਜੋ ਹੀ ਕਰਦੀ ਸੀ। ਹੁਣ ਬੱਚੇ ਵੱਡੇ ਹੋ ਗਏ ਸਨ, ਕਾਲਜਾਂ ਦੀ ਪੜ੍ਹਾਈ ਸ਼ੁਰੂ ਹੋ ਗਈ ਸੀ। ਹੁਣ ਪਿੰਡ ਦੀ ਛੋਟੀ ਗਲੀ ਵਾਲਾ ਘਰ ਵੀ ਉਹਨਾਂ ਨੂੰ ਛੋਟਾ ਜਿਹਾ ਲੱਗਦਾ ਸੀ। ਬੱਚਿਆਂ ਨੂੰ ਪੜ੍ਹਨ ਵਿੱਚ ਔਖ ਹੁੰਦੀ ਸੀ, ਉਹਨਾਂ ਨੂੰ ਖੁੱਲਾ ਵਾਤਾਵਰਣ ਚਾਹੀਦਾ ਸੀ। ਇਸ ਲਈ ਸੂਰਤ ਸਿੰਘ ਨੇ ਪਿੰਡੋਂ ਬਾਹਰ ਨਿਕਲ ਕੇ ਪਹਿਲੀ ਵਿੱਚ ਘਰ ਬਣਾਉਣ ਦੀ ਯੋਜਨਾ ਬਣਾਈ। ਠੀਕ ਹੈ। ਪੁੱਤਰ ਰਮਣੀਕ ਪੁਨੀਤ ਦੀ ਤੇ ਧੀ ਗੁਰਾ ਗੁਰਲੀਨ ਬਹੁਤ ਹੀ ਖੁਸ਼ ਸਨ। ਹੁਣ ਉਹਨਾਂ ਨੂੰ ਨਵਾਂ ਘਰ ਮਿਲਣਾ ਸੀ, ਪੜ੍ਹਨ ਲਈ ਵੱਖਰਾ ਕਮਰਾ। ਪਿੰਡ ਦੇ ਤੰਗ ਘਰ ਵਿੱਚ ਉਹਨਾਂ ਦਾ ਜਿਵੇਂ ਸਾਹ ਘੁੱਟਦਾ ਸੀ। ਉਹ ਖੁਸ਼ ਸਨ ਕਿ ਸਾਫ਼ ਸੁਥਰੇ ਹਵਾਦਾਰ ਘਰ ਵਿੱਚ ਉਹ ਜਾਣਗੇ। ਰਮਣੀਕ ਭਾਵੇਂ BSc ਦਾ ਵਿਦਿਆਰਥੀ ਸੀ, ਪਰ ਉਹ ਪਿਓ ਦੇ ਕੰਮ ਵਿੱਚ ਪੂਰਾ ਹੱਥ ਵਟਾਉਂਦਾ ਸੀ। 12ਵੀਂ ਵਿੱਚ ਪੜ੍ਹਦਾ ਪੁਨੀਤ ਵੀ ਉਹਨਾਂ ਨੂੰ ਪੂਰਾ ਸਾਥ ਦਿੰਦਾ ਸੀ। ਗੁਰਲੀਨ ਵੀ 10ਵੀਂ ਵਿੱਚ ਪੜ੍ਹਾਈ ਦੇ ਨਾਲ ਮਾਂ ਦੀ ਰਸੋਈ ਦੇ ਕੰਮ ਵਿੱਚ ਮਦਦ ਕਰਦੀ ਸੀ। ਹੁਣ ਉਹਨਾਂ ਦਾ ਨਵਾਂ ਘਰ ਵੀ ਬਣ ਕੇ ਤਿਆਰ ਹੋ ਚੁੱਕਾ ਸੀ। ਬੱਚਿਆਂ ਨੇ ਚਾਈ ਸਾਰਾ ਸਮਾਨ ਬੰਨਿਆ, ਭਲਕੇ ਉਹਨਾਂ ਨੇ ਨਵੇਂ ਘਰ ਵਿੱਚ ਜੋ ਜਾਣਾ ਸੀ ਉਸਦੇ ਪੈਰ ਤਾਂ ਧਰਤੀ ਤੇ ਨਹੀਂ ਟਿਕ ਰਹੇ ਸਨ। ਉਹ ਖੁਸ਼ੀ ਵਿੱਚ ਕਹਿੰਦੇ ਨੱਚ ਰਹੇ ਸਨ। ਉਹਨਾਂ ਦੇ ਬਾਪੂ ਨੇ ਟਰੈਕਟਰ ਲਿਆ ਕੇ ਸਾਰਾ ਸਮਾਨ ਢੋਇਆ। ਬੱਚਿਆਂ ਨੇ ਆਪਣੇ ਮਾਂ ਨਾਲ ਲੱਗ ਕੇ ਸਾਰਾ ਸਮਾਨ ਥਾਂ ਟਿਕਾਇਆ, ਘਰ ਨੂੰ ਸਜਾਰਿਆ ਸਵਾਰਿਆ। ਠੀਕ ਹੈ। ਹੁਣ ਉਹ ਤੰਗ ਗਲੀ ਲੱਗੀ ਘਰ ਵਿੱਚੋਂ ਬਾਹਰ ਖੁੱਲੇ ਘਰ ਵਿੱਚ ਜ਼ਰੂਰ ਆ ਗਏ ਸਨ, ਪਰ ਇਕੱਲਤਾ ਉਹਨਾਂ ਨੂੰ ਵੱਢ ਕੇ ਖਾਣ ਲੱਗੀ। ਰਾਤ ਨੂੰ ਵੀ ਤਾਂ ਡਰ ਦਾ ਅਹਿਸਾਸ ਹੁੰਦਾ ਰਹਿੰਦਾ ਸੀ। ਕੁਝ ਮਹੀਨਿਆਂ ਮਗਰੋਂ ਉਹਨਾਂ ਦਾ ਗੁਆਂਢੀ ਲਾਭ ਸਿੰਘ ਦੀ ਪੈਲੀ ਵਿੱਚ ਆ ਗਿਆ। ਬਸ 2 ਮਕਾਨ ਬਣਨ ਦੀ ਦੇਰ ਸੀ ਕਿ 4-5 ਹੋਰ ਵੀ ਨਵੇਂ ਮਕਾਨ ਉੱਥੇ ਬਣ ਗਏ। ਫਿਰ ਵੀ ਬਾਹਰ-ਬਾਹਰ ਘਰ ਹੋਣ ਕਰਕੇ ਉਹਨਾਂ ਨੇ ਇੱਕ ਕੁੱਤਾ ਰੱਖਣਾ ਜ਼ਰੂਰੀ ਸਮਝਿਆ। ਰਮਣੀਕ ਕੁੱਤਾ ਲਿਆਇਆ, ਉਹਨਾਂ ਦਾ ਨਾਂ ਉਸਨੇ ਹੈਰੀ ਰੱਖਿਆ। ਉਸਨੂੰ ਕੁੱਤੇ ਲੱਗਦੇ ਵੀ ਬਹੁਤ ਪਿਆਰੇ ਸਨ। ਹੈਰੀ ਹੈ ਵੀ ਬੜਾ ਸਮਝਦਾਰ ਸੀ। ਉਹ ਸਾਰੇ 4-5 ਘਰਾਂ ਦੀ ਰਖਵਾਲੀ ਹੀ ਇਕੱਲਾ ਕਰਦਾ ਸੀ। ਪਰ ਥੋੜੇ ਹੀ ਦਿਨਾਂ ਬਾਅਦ ਗਵਾਂਢੀ ਵਿਰੋਧ ਕਰਨ ਲੱਗੇ ਕਿ ਇਹ ਕੀ ਬਲਾ ਲੈ ਆਏ, ਸਾਰਾ ਦਿਨ ਭੌਂ ਕਰਦਾ ਰਹਿੰਦਾ ਹੈ, ਸਿਰ ਖਾਂਦਾ ਰਹਿੰਦਾ ਹੈ, ਨਾ ਦਿਨ ਨੂੰ ਚੈਨ ਅਤੇ ਨਾ ਰਾਤ ਨੂੰ। ਉਹਨਾਂ ਦੇ ਖੱਬੇ ਪਾਸੇ ਘਰ ਵਿੱਚ ਵੀ ਰਹਿੰਦੇ ਗਵਾਂਢੀ ਨੰਦ ਸਿੰਘ ਬੋਲਿਆ, ਭਾਈ ਠਰਮਾ ਰੱਖੋ, ਕੁੱਤੇ ਤਾਂ ਭੌਂਕਦੇ ਹੀ ਹੈ, ਫਿਰ ਵੀ ਖਿਆਲ ਰੱਖਾਂਗੇ, ਜਾਨਵਰ ਤਾਂ ਬੇਸਮਝ ਹੁੰਦੇ ਹਨ। ਸੂਰਤ ਸਿੰਘ ਨੇ ਬੜੀ ਪਿਆਰ ਨਾਲ ਆਖਿਆ, ਪਰ ਰੋਜ਼ ਦੇ ਉਲਾਂਭੇ ਕਦੇ ਕੋਈ ਆ ਬੋਲਦਾ, ਕਦੇ ਕੋਈ। ਸੂਰਤ ਸਿੰਘ ਬੜਾ ਨੇਕ ਬੰਦਾ ਸੀ। ਸੋਚਣ ਲੱਗਾ ਕਿ ਸਾਰੇ ਦੁਖੀ ਹੁੰਦੇ ਹਨ ਤਾਂ ਹੈਰੀ ਨੂੰ ਕਿਤੇ ਹੋਰ ਛੱਡ ਆਉਂਦੇ ਹਾਂ। ਬੱਚੇ ਇਹ ਸੁਣ ਕੇ ਬੜੇ ਦੁਖੀ ਹੋ। ਜਾਨਵਰ ਕੋਈ ਹੋਵੇ ਬੱਚਿਆਂ ਵਾਂਗ ਪਿਆਰ ਹੋ ਜਾਂਦਾ ਹੈ। ਸਾਰੇ ਘਰ ਤੇ ਉਦਾਸ ਸਨ। ਕੱਲ ਸਵੇਰੇ ਹੀ ਉਸਨੇ ਹੈਰੀ ਨੂੰ ਰਿਸ਼ਤੇਦਾਰੀ ਵਿੱਚ ਛੱਡ ਕੇ ਆਉਣਾ ਸੀ। ਜੂਨ ਦਾ ਮਹੀਨਾ ਸੀ, ਗਰਮੀ ਬਹੁਤ ਜ਼ਿਆਦਾ ਸੀ। ਸ਼ਾਮ ਨੂੰ ਰੱਜੋ ਨੇ ਚੁੱਲ੍ਹੇ ਵਿੱਚ ਅੱਗ ਬਾਲ ਕੇ ਖੀਰ ਰਿੱਝਣੀ ਧਰ ਦਿੱਤੀ। ਚੁੱਲ੍ਹੇ ਉੱਤੇ ਖੀਰ ਰਿੱਝਣ ਲੱਗੀ। ਉਬਲਣ ਦੇ ਡਰੋਂ ਉਸਨੇ ਢੱਕਣ ਨਹੀਂ ਦਿੱਤਾ। ਥੋੜਾ ਹਨੇਰਾ ਵੀ ਹੋ ਗਿਆ ਸੀ। ਖੀਰ ਉਤਾਰ ਕੇ ਰੱਜੋ ਨੇ ਹੇਠਾਂ ਰੱਖੀ ਤੇ ਰਸੋਈ ਵਿੱਚ ਢੱਕਣ ਲੈਣ ਚਲੀ ਗਈ। ਹੈਰੀ ਵਿਹੜੇ ਵਿੱਚ ਬੈਠਾ ਸੀ। ਉਹ ਤਾਂ ਮੂੰਹ ਬਰਾਂਡੇ ਵਿੱਚ ਪਏ ਚੁੱਲ੍ਹੇ ਵੱਲ ਹੀ ਸੀ। ਉਹ ਛੱਤ ਤੋਂ ਲੜਦੀਆਂ 2 ਛਿਪਕਲੀਆਂ ਆ ਕੇ ਖੀਰ ਵਿੱਚ ਡਿੱਗ ਪਈਆਂ। ਹੈਰੀ ਨੇ ਆਪਣੀ ਤੇਜ਼ ਨਜ਼ਰਾਂ ਨਾਲ ਵੇਖ ਲਈਆਂ। ਹੈਰੀ ਛਾਲ ਮਾਰ ਕੇ ਪਤੀਲੇ ਕੋਲ ਪੁੱਜਾ ਤੇ ਲੱਤ ਮਾਰ ਕੇ ਉਸਨੇ ਉਹ ਪਤੀਲਾ ਉਲਟ ਦਿੱਤਾ।
ਰੱਜੋ ਰਸੋਈ ਤੋਂ ਬਾਹਰ ਆਈ ਵੇਖ ਕੇ ਬੜੀ ਹੈਰਾਨ ਹੋ ਗਈ। ਹਾਏ ਮੈਂ ਮਰ ਜਾ, ਇਹ ਕੀ ਹੋ ਗਿਆ? ਹੈਰੀ ਭੈੜਿਆਈ ਕੇ ਕਰ ਦਿੱਤਾ, ਸਾਰੀ ਮਿਹਨਤ ਬੇਕਾਰ ਕਰ ਦਿੱਤੀ। ਉਹ ਕਲਪ ਕੇ ਰਹਿ ਗਈ। ਚੰਗਾ ਹੀ ਹੋਊ ਕੱਲ ਨੂੰ ਛੱਡ ਆਊ, ਗਲੋਂ ਲਊਗਾ ਕੰਮ ਵਿਗਾੜਨ ਵਾਲਾ। ਠੀਕ ਹੈ, ਉਹਨਾਂ ਦਿਲ ਕੀਤਾ ਡੰਡਾ ਚੁੱਕ ਕੇ ਹੈਰੀ ਦੇ ਮਾਰੇ, ਪਰ ਪਤਾ ਨਹੀਂ ਕੀ ਸੋਚ ਉਹ ਰੁਕ ਗਈ। ਖੀਰ ਦੂਰ ਤੱਕ ਫੈਲ ਚੁੱਕੀ ਸੀ। ਰੱਜੋ ਨੇ ਵੇਖਿਆ ਖੀਰ ਵਿੱਚ 2 ਕਿੱਲੀਆਂ ਤੜਫ ਰਹੀਆਂ ਹਨ। ਉਸਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਹੈਰੀ ਨੇ ਪਤੀਲਾ ਕਿਉਂ ਪਲਟਿਆ ਹੈ। ਇਹ ਤਾਂ ਸ਼ੁਕਰ ਹੈ ਹੈਰੀ ਦੀ ਨਜ਼ਰ ਪਈ, ਅੱਜ ਤਾਂ ਹੈਰੀ ਨੇ ਸਭ ਦੀ ਜਾਨ ਬਚਾ ਲਈ। ਕਮਾਲ ਕਰਤਾ ਹੈਰੀ ਨੇ। ਸੁਣੋ ਜੀ, ਭੱਜ ਕੇ ਆ ਵੇਖੋ ਤਾਂ ਸਹੀ ਆਪਣਾ ਹੈਰੀ ਦਾ ਕਮਾਲ। ਰੱਜੋ ਨੇ ਨੈਣ ਖੁਸ਼ੀ ਵਿੱਚ ਛਲਕ ਰਹੇ ਸਨ। ਸੂਰਜ ਸਿੰਘ ਸਾਹਮਣੇ ਦਾ ਨਜ਼ਾਰਾ ਵੇਖ ਕੇ ਹੱਕਾ ਬੱਕਾ ਰਹਿ ਗਿਆ। ਸਾਰੇ ਪਰਿਵਾਰ ਨੇ ਹੈਰੀ ਨੂੰ ਬਹੁਤ ਪਿਆਰ ਕੀਤਾ। ਹੈਰੀ ਦੀ ਸੂਝ-ਬੂਝ ਤੇ ਸਾਰੇ ਹੈਰਾਨ ਸਨ। ਥੋੜੀ ਦੇਰ ਵਿੱਚ ਗੁਆਂਢੀ ਵੀ ਇਕੱਠੇ ਹੋ ਗਏ। ਹੈਰੀ ਦੀ ਬੁੱਧੀ ਅਤੇ ਵਫਾਦਾਰੀ ਵੇਖ ਕੇ ਮੂੰਹ ਵਿੱਚ ਉਂਗਲਾਂ ਪਾਉਣ ਲੱਗੇ। ਉਹਨਾਂ ਸਾਰਿਆਂ ਨੂੰ ਅੱਜ ਅਹਿਸਾਸ ਹੋ ਗਿਆ ਸੀ ਕਿ ਕੁੱਤਾ ਮਾੜਾ ਜਾਨਵਰ ਨਹੀਂ, ਸਗੋਂ ਇਹ ਤਾਂ ਭਾਈ ਵਫਾਦਾਰ ਹੈ। ਉਹ ਹੈਰੀ ਦੀ ਬਹਾਦਰੀ ਤੇ ਕਾਇਲ ਹੋ ਚੁੱਕੇ ਸਨ। ਜਿਹੜੇ ਪਹਿਲਾਂ ਦੁਖੀ ਸਨ ਉਸ ਦੀ ਸਿਫਤਾਂ ਕਰ ਰਹੇ ਸਨ ਤੇ ਥੱਕਦੇ ਨਹੀਂ। ਜਿੰਨਾ ਵਫਾਦਾਰ ਜਾਨਵਰ ਹੈ ਆਦਮੀ ਤੋਂ ਵੀ ਇਹ ਚੰਗਾ ਹੁੰਦਾ ਹੈ। ਸੋ ਬੱਚਿਓ, ਜਾਨਵਰ ਤਾਂ ਮਨੁੱਖ ਨਾਲੋਂ ਵੀ ਜ਼ਿਆਦਾ ਵਫਾਦਾਰ ਹੁੰਦੇ ਹਨ। ਇਹਨਾਂ ਨੂੰ ਸਾਨੂੰ ਕੀ ਹੈ, ਪਿਆਰ ਨਾਲ ਰੱਖਣਾ ਚਾਹੀਦਾ ਹੈ। ਠੀਕ ਹੈ, ਇੱਕ ਆਪਾਂ ਜਾਨਵਰ ਦੀ ਕਹਾਣੀ ਪੜ੍ਹੀ ਜੋ ਕਿ ਇੱਕ ਘਰ ਦਾ ਰਖਵਾਲਾ ਹੈ ਤੇ ਵਫਾਦਾਰ ਹੈ। ਬੱਚਿਓ, ਅੱਗੇ ਹੈਗੇ ਤੁਹਾਡੇ ਸ਼ਬਦਾਰਥ। ਡੰਗਰ, ਪਸ਼ੂ, ਫਾਸਲਾ, ਦੂਰੀ, ਕਾਮਾ, ਖੇਤੀ ਜਾਂ ਮਜ਼ਦੂਰ, ਔਖ, ਮੁਸ਼ਕਲ, ਯੋਜਨਾ, ਤਰਕੀਬ ਜਾਂ ਵਿਉਂਤ, ਮਦਦ, ਸਹਾਇਤਾ, ਧਰਤੀ ਤੇ ਪੈਰ ਨਾਲ ਟਿਕਣਾ, ਬਹੁਤ ਖੁਸ਼ੀ ਹੋਣੀ, ਬਹੁਤ ਚਾਹ ਹੋਣਾ, ਇਕੱਲਤਾ, ਇਕੱਲਾਪਣ, ਅਹਿਸਾਸ ਹੁੰਦਾ, ਮਹਿਸੂਸ ਹੁੰਦਾ, ਰਖਵਾਲੀ, ਰਾਖੀ, ਬੇਸਮਝ, ਨਾਦਾਨ, ਉਦਾਸ, ਚਿੰਤਾਵਾਦ, ਕਲਪ ਕੇ, ਭੜਕ ਕੇ, ਨੈਣ, ਅੱਖਾਂ, ਹੱਕਾ ਬੱਕਾ ਰਹਿ ਗਿਆ, ਹੈਰਾਨ ਰਹਿ ਗਿਆ, ਬੁੱਧੀ, ਅਕਲ, ਕਾਇਲ, ਸਹਿਮਤ ਹੋਣਾ ਜਾਂ ਕੀਲੇ ਜਾਣਾ, ਬਾੜਾ, ਖੁੱਲੀ ਥਾਂ ਜਿੱਥੇ ਪਸ਼ੂ ਬੰਨੇ ਜਾਂਦੇ ਹਨ, ਦੇਖਭਾਲ, ਸਾਂਭ ਸੰਭਾਲ, ਦੇਖ ਰੇਖ, ਸਾਂਭ ਸੰਭਾਲ, ਪੈਲੀ, ਖੇਤ, ਹੱਥ ਵਟਾਉਣਾ, ਸਹਾਇਤਾ ਕਰਨਾ, ਚਾਈ, ਖੁਸ਼ੀ, ਵੱਡ ਖਾਣ ਲੱਗੀ, ਸਤਾਉਣ ਲੱਗੀ, ਸਮਝਦਾਰ, ਅਕਲਮੰਦ, ਠਰਮਾ, ਸ਼ਾਂਤੀ ਜਾਂ ਸਬਰ, ਨੇਕ, ਸੱਚਾ, ਸੁੱਚਾ ਜਾਂ ਚੰਗਾ, ਬੇਕਾਰ, ਖਰਾਬ, ਕੰਮ ਵਿਗਾੜਨ ਵਾਲਾ, ਕੰਮ ਖਰਾਬ ਕਰਨ ਵਾਲਾ, ਨਜ਼ਾਰਾ, ਦ੍ਰਿਸ਼, ਸੂਝ-ਬੂਝ, ਸਿਆਣਪ ਜਾਂ ਅਕਲਮੰਦੀ, ਬਹਾਦਰੀ, ਦਲੇਰੀ, ਸਿਫਤਾਂ ਤੇ ਤਾਰੀਫ। ਬੱਚੇ, ਇਹ ਸੀਗਾ ਤੁਹਾਡਾ ਚੈਪਟਰ। ਤੁਸੀਂ ਇਸ ਦੇ ਫਸਟ 10 ਸ਼ਬਦ ਅਰਥ ਆਪਣੀ ਫੇਅਰ ਨੋਟਬੁੱਕ ਤੇ ਕਰਨੇ ਹਨ। ਬਾਕੀ ਦਾ ਬੁੱਕ ਵਰਕ ਜੋ ਹੈ ਆਪਾਂ ਨੈਕਸਟ ਅਸਾਈਨਮੈਂਟ ਵਿੱਚ ਕਰਾਂਗੇ। ਥੈਂਕਸ, ਹੈਵ ਅ ਨਾਈਸ ਡੇ।